ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਰੇਡੀਓ ਖੁਸ਼ੀ 90.4 FM ਤੇ ਤੁਹਾਡਾ ਸਵਾਗਤ। ਮੈਂ ਹਾਂ ਤੁਹਾਡਾ ਡਵਾਈਨ ਤੇ ਦਿਲਦਾਰ ਆਰਜੇ ਗੁਰਵੇਲ ਸਿੰਘ ਤੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਪ੍ਰੋਗਰਾਮ ਆਪ ਜੀ ਸਰਵਣ ਕਰ ਰਹੇ ਹੋ, ਜਿਸ ਵਿੱਚ ਸਾਨੂੰ ਸਰਦਾਰ ਹਰਪ੍ਰੀਤ ਸਿੰਘ ਜੀ ਦੱਸ ਰਹੇ ਨੇ ਉਹਨਾਂ ਮਹਾਨ ਸ਼ਹੀਦਾਂ ਦੇ ਬਾਰੇ। ਤੇ ਵੀਰ ਜੀ ਹੁਣ ਗੱਲ ਕਰੀਏ ਸਤਿਗੁਰਾਂ ਦੀ ਸ਼ਹੀਦੀ ਦੀ, ਇਹ ਕਿੱਥੋਂ ਸ਼ੁਰੂ ਹੁੰਦੀ ਹੈ? ਜਦੋਂ ਗੁਰੂ ਤੇਗ ਬਹਾਦਰ ਸਾਹਿਬ ਪ੍ਰਚਾਰ ਕਰਕੇ ਪੰਜਾਬ ਅਨੰਦਪੁਰ ਸਾਹਿਬ ਆਉਂਦੇ ਹਨ ਜੀ, ਪਹੁੰਚਦਿਆਂ ਹੀ ਉਹਨਾਂ ਕੋਲ ਖਬਰਾਂ ਇਹ ਪਹੁੰਚ ਜਾਂਦੀਆਂ ਹਨ ਕਿ ਪੰਜਾਬ ਦੇ ਹਾਲਾਤ ਜੋ ਹਨ ਉਹ ਸਹੀ ਨਹੀਂ ਹਨ ਜੀ। ਕਾਰਨ ਇਹ ਕਿ ਉਸ ਵਕਤ ਦੇ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਇੱਕ ਖਾਸ ਆਰਡਰ ਕੱਢੇ ਹੋਏ ਹਨ ਕਿ ਜਿੰਨੇ ਵੀ ਇੱਥੇ ਰਹਿਣ ਵਾਲੇ ਲੋਕ ਹਨ ਉਹਨਾਂ ਨੂੰ ਮੁਸਲਮਾਨ ਧਰਮ ਦੇ ਵਿੱਚ ਕਨਵਰਟ ਕੀਤਾ ਜਾਏ ਜੀ, ਚਾਹੇ ਉਹ ਪਿਆਰ ਨਾਲ ਹੋ ਜਾਣ ਔਰ ਚਾਹੇ ਉਹ ਤਲਵਾਰ ਦੇ ਜ਼ੋਰ ਨਾਲ ਹੋ ਜਾਣ। ਇਤਿਹਾਸ ਵਿੱਚ ਪੜ੍ਹਨ ਤੋਂ ਇਹ ਪਤਾ ਚੱਲਦਾ ਹੈ ਕਿ ਔਰੰਗਜ਼ੇਬ ਬਾਦਸ਼ਾਹ ਦੇ ਇਹ ਹੁਕਮ ਸਖਤੀ ਨਾਲ ਲਾਗੂ ਕੀਤੇ ਗਏ। ਲੋਕਾਂ ਨੂੰ ਜ਼ਬਰਦਸਤੀ ਪਿਆਰ ਨਾਲ ਡਰਾ ਕੇ ਧਮਕਾ ਕੇ ਜਬਰਨ ਉਹਨਾਂ ਦਾ ਧਰਮ ਬਦਲਵਾਇਆ ਗਿਆ, ਜੋ ਕਿ ਗਲਤ ਸੀ ਜੀ। ਔਰ ਇਤਿਹਾਸ ਚੋਂ ਇਹ ਵੀ ਪਤਾ ਚੱਲਦਾ ਹੈ ਕਿ ਔਰੰਗਜ਼ੇਬ ਬਾਦਸ਼ਾਹ ਆਪਣਾ ਇੱਕ ਟਾਈਮ ਦਾ ਖਾਣਾ ਉਸ ਵਕਤ ਖਾਂਦਾ ਸੀ ਜਦੋਂ ਉਸਦੇ ਕੋਲ 1.25 ਮਣ ਜਨੇਊ ਉਤਰ ਕੇ ਆ ਜਾਂਦੇ ਸਨ ਜੀ। ਲਗਭਗ 46 ਕਿਲੋ ਦੇ ਕਰੀਬ ਜਨੇਊ ਜੋ ਸਨ ਉਹ ਜਦੋਂ ਉਤਾਰੇ ਗਏ ਕਿ ਇੰਨੇ ਲੋਕਾਂ ਨੂੰ ਜਨੇਊ ਉਤਰਵਾ ਕੇ ਹਿੰਦੂ ਧਰਮ ਤੋਂ ਜਾਂ ਦੂਸਰੇ ਧਰਮ ਤੋਂ ਮੁਸਲਮਾਨ ਬਣਾਇਆ ਗਿਆ ਜੀ। ਤੇ ਫਿਰ ਉਹ ਖਾਣਾ ਖਾਂਦਾ ਸੀ ਔਰ ਉਸਦੇ ਦਿਮਾਗ ਦੇ ਵਿੱਚ ਇਹ ਗੱਲ ਪੱਕੀ ਸੀ, ਕਿਉਂਕਿ ਉਹ ਸੁੰਨੀ ਕੱਟੜ ਮੁਸਲਮਾਨ ਸੀ ਜੀ, ਕਿ ਮੈਂ ਇਸ ਹਿੰਦੁਸਤਾਨ ਨੂੰ ਪੂਰਾ ਮੁਸਲਿਮ ਧਰਮ ਦੇ ਵਿੱਚ ਕਨਵਰਟ ਕਰਨਾ ਹੈ, ਜਦਕਿ ਇਹ ਸੋਚ ਉਸਦੀ ਗਲਤ ਸੀ ਜੀ। ਕਿਉਂਕਿ ਇਹ ਜਿਹੜਾ ਦੇਸ਼ ਹੈ ਇਹ ਤਰ੍ਹਾਂ ਦੇ ਲੋਕ ਇੱਥੇ ਰਹਿੰਦੇ ਹਨ, ਹਜ਼ਾਰਾਂ ਤਰ੍ਹਾਂ ਦੀ ਜਾਤਾਂ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਦੇ ਵਿੱਚ ਧਰਮ ਵੀ ਹਨ, ਜਾਤਾਂ ਵੀ ਹਨ, ਔਰ ਸਾਰੇ ਅਸੀਂ ਏਕਤਾ ਤੇ ਭਾਈਚਾਰੇ ਨਾਲ ਰਹਿ ਰਹੇ ਹਾਂ। ਹਰ ਕਿਸੇ ਨੂੰ ਇੱਥੇ ਆਪਣਾ ਧਰਮ ਵਿੱਚ ਰਹਿਣ ਦੀ, ਆਪਣੇ ਧਰਮ ਦੇ ਅਕੀਦੇ ਅਨੁਸਾਰ ਆਪਣੇ ਧਰਮ ਦੇ ਗੁਰੂ ਤੇ ਸੰਤਾਂ ਮਹਾਂਪੁਰਖਾਂ ਦੀ ਯਾਦ ਨੂੰ ਮਨਾਉਣ ਦੀ ਤੇ ਆਪਣੇ ਧਰਮ ਦੀ ਪੂਜਾ ਕਰਨ ਦੀ ਖੁੱਲ੍ਹ ਹੈ। ਇਹ ਗਵਰਨਮੈਂਟ ਆਫ ਇੰਡੀਆ ਦੇ ਕਨਸਟੀਟਿਊਸ਼ਨ 'ਚ ਲਿਖਿਆ ਗਿਆ। ਬਿਲਕੁਲ ਜੀ। ਪਰ ਇਹ ਚੀਜ਼ ਜੋ ਪੁਰਾਣੇ ਸਮੇਂ 'ਚ ਸੀਗੀ, ਉਸ ਵਕਤ ਦੇ ਮੁਗਲ ਬਾਦਸ਼ਾਹ ਨੇ ਇਸ ਨੂੰ ਸੋਚਿਆ ਵਿਚਾਰਿਆ ਨਹੀਂ ਔਰ ਸਖਤੀ ਨਾਲ ਲਾਗੂ ਕਰ ਦਿੱਤਾ ਜੀ। ਇਸ ਤੋਂ ਬਾਅਦ ਔਰੰਗਜ਼ੇਬ ਬਾਦਸ਼ਾਹ ਦੇ ਮੰਤਰੀਆਂ ਨੇ ਇਹ ਸਲਾਹ ਦਿੱਤੀ ਕਿ ਬਾਦਸ਼ਾਹ ਔਰੰਗਜ਼ੇਬ, ਜੇਕਰ ਤੂੰ ਖਾਸ ਤੌਰ ਤੇ ਕਸ਼ਮੀਰ 'ਚ ਰਹਿ ਰਹੇ ਪੰਡਤਾਂ ਵੱਲ ਧਿਆਨ ਦੇਵੇਂਗਾ, ਉਹਨਾਂ ਦਾ ਅਗਰ ਤੂੰ ਧਰਮ ਜਲਦੀ ਬਦਲਵਾ ਲਏਗਾ ਤੇ ਉਹਨਾਂ ਦੇ ਜਿਹੜੇ ਪੈਰੋਕਾਰ ਹਨ, ਫਾਲੋਵਰ ਹਨ, ਉਹ ਵੀ ਜਲਦੀ ਧਰਮ ਬਦਲ ਲੈਣਗੇ ਜੀ। ਇਸ ਲਈ ਉਸਨੇ ਜੋ ਕਸ਼ਮੀਰ ਦਾ ਰਹਿਣ ਵਾਲਾ ਗਵਰਨਰ ਸੀ ਉੱਥੋਂ ਦਾ, ਇਖਤਿਆਰ ਖਾਨ, ਉਸ ਨੂੰ ਆਰਡਰ ਦਿੱਤਾ, ਹੁਕਮ ਦਿੱਤਾ ਕਿ ਇਹ ਹੁਕਮ ਜਿਹੜੇ ਹਨ ਮੇਰੇ, ਲੋਕਾਂ ਦੇ ਜ਼ਬਰਦਸਤੀ ਜੋ ਧਰਮ ਬਦਲਵਾਉਣਾ ਹੈ ਉਹ ਜਲਦੀ ਤੋਂ ਜਲਦੀ ਕਰਵਾਇਆ ਜਾਏ। ਸ਼ੇਰ ਅਫਗਾਨ ਖਾਨ ਨੂੰ ਵੀ ਇਹ ਖਾਸ ਮੁਹਿੰਮ ਤੇ ਭੇਜਿਆ ਗਿਆ ਔਰ ਉਸਨੇ ਬੇਤਹਾਸ਼ਾ ਲੋਕਾਂ ਦੇ ਉੱਤੇ ਜ਼ੁਲਮ ਕਰਦਿਆਂ, ਅਨਿਆਂ ਕਰਦਿਆਂ ਹੋਇਆਂ ਉਹਨਾਂ ਦੇ ਧਰਮ ਤੋਂ ਮੁਸਲਮਾਨ ਧਰਮ 'ਚ ਬਦਲਵਾਇਆ ਜੀ। ਔਰ ਉਸ ਵਕਤ ਲੋਕ ਬਹੁਤ ਪਰੇਸ਼ਾਨ, ਬਹੁਤ ਦੁਖੀ ਸਨ ਕਿ ਉਹਨਾਂ ਦਾ ਇਹ ਕਹਿਣਾ ਤੇ ਸੋਚਣਾ ਸੀ ਕਿ ਸਾਡਾ ਧਰਮ ਸਭ ਤੋਂ ਉੱਤਮ ਹੈ, ਪਰ ਅਸੀਂ ਦੂਸਰਿਆਂ ਦਾ ਸਤਿਕਾਰ ਕਰਦੇ ਹਾਂ। ਔਰ ਵਾਕਈ ਇਹ ਗੱਲ ਸਹੀ ਸੀ ਕਿ ਸਾਨੂੰ ਦੂਸਰੇ ਧਰਮ ਦਾ ਸਤਿਕਾਰ ਤੇ ਰੱਖਣਾ ਹੈ, ਪਰ ਨਾਲ ਨਾਲ ਆਪਣੇ ਧਰਮ ਦੇ ਵਿੱਚ ਪੱਕੇ ਰਹਿਣਾ ਹੈ ਜੀ। ਜਦੋਂ ਪੰਡਤਾਂ ਦੇ ਉੱਤੇ ਜ਼ਿਆਦਾ ਜ਼ੁਲਮ ਹੋਇਆ ਤੇ ਉੱਥੋਂ ਦੇ ਵਿਦਵਾਨ ਪੰਡਤ ਸਾਰੇ ਇਕੱਠੇ ਹੋਏ। ਇਤਿਹਾਸਕਾਰ ਲਿਖਦੇ ਹਨ ਕਿ ਲਗਭਗ 40 ਜਾਂ 50 ਦੇ ਕਰੀਬ ਪੰਡਤਾਂ ਨੇ ਇਕੱਠੇ ਹੋ ਕੇ ਇੱਕ ਸਲਾਹ ਕੀਤੀ ਕਿ ਹੁਣ ਕੀਤਾ ਕੀ ਜਾਵੇ ਜੀ। ਤੇ ਉਸ ਵਕਤ ਜਿਹੜੇ ਮਹਾਨ ਪੰਡਤ ਸਨ, ਕਿਰਪਾ ਰਾਮ ਜੀ, ਉਹਨਾਂ ਦੀ ਅਗਵਾਈ ਵਿੱਚ ਇੱਕ ਕਮੇਟੀ ਬਣੀ। ਉਹਨਾਂ ਨੇ ਡਿਸਾਈਡ ਕੀਤਾ ਕਿ ਕਿਹਦੇ ਕੋਲ ਜਾਇਆ ਜਾਏ, ਤੇ ਪਤਾ ਚੱਲਿਆ ਕਿ ਇਸ ਵਕਤ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਗੁਰੂ ਤੇਗ ਬਹਾਦਰ ਸਾਹਿਬ ਮੌਜੂਦ ਹਨ ਜੀ। ਉਹ ਮੌਜੂਦਾ ਗੁਰੂ ਹਨ ਤੇ ਕਿਉਂ ਨਾ ਉਹਨਾਂ ਕੋਲ ਜਾ ਕੇ ਫਰਿਆਦ ਕੀਤੀ ਜਾਏ। ਸਾਰੇ ਪੰਡਤ ਮਿਲ ਕੇ ਅਨੰਦਪੁਰ ਸਾਹਿਬ ਪਹੁੰਚਦੇ ਹਨ ਜੀ। ਗੁਰੂ ਤੇਗ ਬਹਾਦਰ ਸਾਹਿਬ ਆਪਣੇ ਦੀਵਾਨ ਦੇ ਵਿੱਚ ਬੈਠੇ ਸਨ ਤੇ ਦੀਵਾਨ ਦੇ ਕੀਰਤਨ ਦੀ ਹਾਜ਼ਰੀ ਖਤਮ ਹੋਣ ਤੋਂ ਬਾਅਦ
ਪੰਡਿਤ ਕਿਰਪਾ ਰਾਮ ਹੋਰਾਂ ਨੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ। ਜੀ ਬੇਨਤੀ ਇਹ ਕੀਤੀ ਕਿ ਗੁਰੂ ਜੀ ਸਾਡੀ ਮਦਦ ਕੀਤੀ ਜਾਵੇ, ਸਾਡਾ ਧਰਮ ਖਤਰੇ 'ਚ ਹੈ, ਕਿਉਂਕਿ ਬਾਦਸ਼ਾਹ ਔਰੰਗਜ਼ੇਬ ਨੇ ਬਹੁਤ ਸਖਤੀ ਦੇ ਕਾਨੂੰਨ ਲਾਗੂ ਕੀਤੇ ਹਨ। ਉਹ ਜ਼ਬਰਦਸਤੀ ਹਿੰਦੂਆਂ ਤੋਂ ਸਾਨੂੰ ਮੁਸਲਮਾਨ ਬਣਾ ਰਿਹਾ ਹੈ, ਤੇ ਜਿਹੜੇ ਹਿੰਦੂ ਰਹਿਣਾ ਚਾਹੁੰਦੇ ਹਨ ਉਹਨਾਂ ਤੇ ਟੈਕਸ ਵੀ ਲਗਾਇਆ ਹੋਇਆ ਹੈ। ਤੇ ਅਸੀਂ ਬਹੁਤ ਪਰੇਸ਼ਾਨ ਹਾਂ, ਸਾਡਾ ਧਰਮ ਖਤਰੇ 'ਚ, ਸਾਡੀ ਮਦਦ ਕੀਤੀ ਜਾਵੇ। ਉਸ ਵਕਤ ਗੁਰੂ ਜੀ ਨੇ ਅੱਖਾਂ ਬੰਦ ਕਰਕੇ 2 ਮਿੰਟ ਲਈ ਸਿਮਰਨ ਤੇ ਭਜਨ ਬੰਦਗੀ ਵਿੱਚ ਬੈਠੇ, ਔਰ ਉਹਨਾਂ ਨੇ 2 ਮਿੰਟ ਬਾਅਦ ਅੱਖਾਂ ਖੋਲ ਕੇ ਕਿਹਾ ਕਿ ਪੰਡਿਤ ਜੀ, ਤੁਹਾਡਾ ਧਰਮ ਤਾਂ ਬਚ ਸਕਦਾ ਹੈ ਜੇ ਕੋਈ ਸੰਤ ਮਹਾਂਪੁਰਖ ਕੋਈ ਤੁਹਾਡੇ ਧਰਮ ਦੇ ਵਾਸਤੇ ਕੁਰਬਾਨੀ ਜਾਂ ਸ਼ਹੀਦੀ ਦੇਵੇ। ਜੀ ਉਸ ਵਕਤ ਗੋਬਿੰਦ ਰਾਏ ਜੀ, ਜੋ ਗੁਰੂ ਤੇਗ ਬਹਾਦਰ ਜੀ ਦੇ ਸੁਪੁੱਤਰ ਸਨ, ਜੀ 9 ਸਾਲ ਦੀ ਉਹਨਾਂ ਦੀ ਆਰਜ਼ਾ ਹੈ, ਉਹ ਉਸ ਵਕਤ ਖੇਡਦੇ ਖੇਡਦੇ ਜਦ ਦਰਬਾਰ 'ਚ ਪਹੁੰਚਦੇ ਹਨ ਤੇ ਉਹਨਾਂ ਨੇ ਆਪਣੇ ਪਿਤਾ ਜੀ ਤੋਂ ਪੁੱਛਿਆ ਕਿ ਇਹ ਕੌਣ ਹਨ ਔਰ ਕੀ ਬੇਨਤੀ ਔਰ ਕੀ ਫਰਿਆਦ ਲੈ ਕੇ ਆਏ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੋਬਿੰਦ ਰਾਏ ਜੀ ਨੂੰ ਤੇ ਪੰਡਤਾਂ ਦੇ ਸਾਹਮਣੇ ਇਹ ਦੱਸਿਆ ਕਿ ਇਹ ਕਸ਼ਮੀਰ ਦੇ ਪੰਡਤ ਹਨ, ਮੁਗਲ ਬਾਦਸ਼ਾਹ ਇਹਨਾਂ ਤੇ ਬਹੁਤ ਜ਼ੁਲਮ ਕਰ ਰਿਹਾ ਹੈ ਔਰ ਇਹ ਸਾਡੇ ਕੋਲ ਫਰਿਆਦ ਲੈ ਕੇ ਮਦਦ ਦੀ ਗੁਹਾਰ ਲੈ ਕੇ ਆਏ ਹਨ। ਤੇ ਇਹ ਸਾਰੀ ਗੱਲ ਸੁਣਨ ਤੋਂ ਬਾਅਦ ਗੁਰੂ ਗੋਬਿੰਦ ਰਾਏ ਜੀ ਨੇ ਕਿਹਾ ਕਿ ਪਿਤਾ ਜੀ, ਆਪ ਜੀ ਇਹਨਾਂ ਦੀ ਮਦਦ ਕਰੋ। ਗੁਰੂ ਸਾਹਿਬਾਂ ਨੇ ਕਿਹਾ, ਗੁਰੂ ਤੇਗ ਬਹਾਦਰ ਜੀ ਕਹਿੰਦੇ ਹਨ ਕਿ ਅਸੀਂ ਮਦਦ ਕਰਨਾ ਚਾਹੁੰਦੇ ਹਾਂ, ਪਰ ਇਹਨਾਂ ਦੀ ਮਦਦ ਤਾਂ ਹੋ ਸਕਦੀ, ਇਹਨਾਂ ਦਾ ਧਰਮ ਤਾਂ ਬਚ ਸਕਦਾ ਹੈ ਜੇ ਕੋਈ ਇਹਨਾਂ ਵਾਸਤੇ ਕੋਈ ਸੰਤ ਮਹਾਂਪੁਰਖ ਕੋਈ ਆਪਣੀ ਕੁਰਬਾਨੀ ਜਾਂ ਸ਼ਹਾਦਤ ਦੇਵੇ। ਜੀ ਗੁਰੂ ਗੋਬਿੰਦ ਰਾਏ ਜੀ ਨੇ ਉਸੇ ਵੇਲੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਗੁਰੂ ਜੀ, ਪਿਤਾ ਜੀ, ਆਪ ਜੀ ਤੋਂ ਵੱਡਾ ਕੌਣ ਹੈ ਇਸ ਵੇਲੇ ਸੰਤ ਮਹਾਂਪੁਰਖ ਹੈ, ਜਾਓ ਔਰ ਹਿੰਦੂ ਧਰਮ ਦੀ ਰੱਖਿਆ ਵਾਸਤੇ, ਇਹਨਾਂ ਪੰਡਤਾਂ ਦੀ ਰੱਖਿਆ ਵਾਸਤੇ ਜਾ ਕੇ ਦਿੱਲੀ ਦੇ ਵਿੱਚ ਆਪ ਜੀ ਸ਼ਹਾਦਤ ਦਿਓ। ਜੀ ਇਹ ਸ਼ਬਦ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੁਣੇ ਤਾਂ ਬੜੇ ਹੈਰਾਨ ਹੋਏ ਔਰ ਉਹਨਾਂ ਨੂੰ ਮਾਣ ਤੇ ਫਖਰ ਮਹਿਸੂਸ ਹੋਇਆ ਕਿ ਮੇਰਾ ਪੁੱਤ ਗੁਰੂ ਗੋਬਿੰਦ ਰਾਏ ਜਿਹੜਾ ਹੈ, ਜੋ ਆਉਣ ਵਾਲੇ ਸਮੇਂ 'ਚ ਗੋਬਿੰਦ ਸਿੰਘ ਬਣੇ ਸਨ, ਔਰ ਇਹ ਗੁਰਗੱਦੀ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਨ। ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੰਡਤਾਂ ਦੇ ਰਾਹੀਂ ਦਿੱਲੀ ਹੁਕਮ ਪਹੁੰਚਾਇਆ ਔਰ ਇਹ ਭਜਵਾਇਆ ਹੁਕਮ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਕਿਹਾ ਕਿ ਅੱਜ ਤੋਂ ਅਸੀਂ ਇਹਨਾਂ ਦੇ ਰਹਿਬਰ ਹਾਂ, ਇਹਨਾਂ ਪੰਡਤਾਂ ਦੇ ਰਹਿਬਰ ਅਸੀਂ ਹਾਂ, ਗੁਰੂ ਅਸੀਂ ਹਾਂ, ਔਰ ਜੇਕਰ ਤੁਸੀਂ ਗੁਰੂ ਤੇਗ ਬਹਾਦਰ ਜੀ ਦਾ ਧਰਮ ਬਦਲਵਾ ਲਓ ਤੇ ਅਸੀਂ ਸਾਰੇ ਪੰਡਤ ਧਰਮ ਬਦਲ ਲਵਾਂਗੇ। ਉਸੇ ਵਕਤ ਜਦੋਂ ਇਹ ਹੁਕਮ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਪਹੁੰਚਦਾ ਹੈ ਤੇ ਬਾਦਸ਼ਾਹ ਫੌਰਨ ਉਹਨਾਂ ਨੂੰ ਗ੍ਰਿਫਤਾਰੀ ਦੇ ਹੁਕਮ ਦੇ ਦਿੰਦਾ ਹੈ। ਜੀ ਜੀ ਇਸ ਤੋਂ ਉਪਰੰਤ ਗੁਰੂ ਤੇਗ ਬਹਾਦਰ ਸਾਹਿਬ ਦੀ ਗ੍ਰਿਫਤਾਰੀ ਹੁੰਦੀ ਹੈ। ਹਾਲਾਂਕਿ ਇਤਿਹਾਸ ਤੇ ਬਹੁਤ ਵੱਡਾ ਹੈ, ਪਰ ਬੜੇ ਸੰਕੋਚਵੇਂ ਸ਼ਬਦਾਂ ਨਾਲ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਗ੍ਰਿਫਤਾਰੀ ਹੋਣ ਦੇ ਨਾਲ 3 ਸਿੱਖ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਗਏ ਸਨ, ਜਿਨ੍ਹਾਂ ਦਾ ਨਾਮ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ। ਜੀ ਦਿੱਲੀ ਪਹੁੰਚ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ 3 ਗੱਲਾਂ ਕਹੀਆਂ ਗਈਆਂ, 3 ਸ਼ਰਤਾਂ ਰੱਖੀਆਂ ਗਈਆਂ। ਪਹਿਲੀ ਸ਼ਰਤ ਇਹ ਕਿ ਕਰਾਮਾਤ ਕਰਕੇ ਦਿਖਾਓ। ਗੁਰੂ ਜੀ ਨੇ ਕਿਹਾ ਕਿ ਕਰਾਮਾਤ ਕਰਨਾ ਪ੍ਰਮਾਤਮਾ ਦੇ ਹੁਕਮ ਦੇ ਉਲਟ ਚੱਲਣਾ ਹੈ, ਅਸੀਂ ਇਹ ਨਹੀਂ ਕਰ ਸਕਦੇ। ਦੂਸਰੀ ਗੱਲ ਇਹ ਕਹੀ ਗਈ ਕਿ ਮੁਸਲਮਾਨ ਧਰਮ ਵਿੱਚ ਆ ਜਾਓ। ਗੁਰੂ ਜੀ ਨੇ ਕਿਹਾ ਕਿ ਅਸੀਂ ਤੁਹਾਡੇ ਧਰਮ ਦਾ ਸਤਿਕਾਰ ਕਰਦੇ ਹਾਂ ਪਰ ਆਪਣੇ ਧਰਮ ਦੇ ਵਿੱਚ ਪੱਕੇ ਹਾਂ, ਅਸੀਂ ਜਬਰਨ ਕਿਸੇ ਨੂੰ ਧਰਮ ਬਦਲਵਾਉਣ ਦੇ ਹੱਕ 'ਚ ਨਹੀਂ। ਤੇ ਤੀਸਰਾ ਇਹ ਸੀ ਕਿ ਸ਼ਹੀਦ ਹੋਣ ਲਈ ਤਿਆਰ ਹੋ ਜਾਓ। ਗੁਰੂ ਸਾਹਿਬਾਂ ਨੇ ਕਿਹਾ ਕਿ ਅਸੀਂ ਸ਼ਹੀਦ ਹੋਣ ਲਈ ਤਿਆਰ ਹਾਂ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਐਸੇ ਪਿੰਜਰੇ ਦੇ ਵਿੱਚ ਕੈਦ ਕੀਤਾ ਗਿਆ ਜਿੱਥੇ ਨਾ ਖੜੇ ਹੋਇਆ ਜਾਂਦਾ ਸੀ ਨਾ ਬੈਠਿਆ ਜਾਂਦਾ ਸੀ। ਜੀ ਅਖੀਰ ਔਰੰਗਜ਼ੇਬ ਬਾਦਸ਼ਾਹ ਦੇ ਸੂਬੇਦਾਰਾਂ ਨੇ, ਸਿਪਾਹ ਸਲਾਰਾਂ ਨੇ ਬਹੁਤ ਸਮਝਾਇਆ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਇਰਾਦੇ ਤੇ ਦ੍ਰਿੜ ਰਹੇ ਔਰ ਹੁਕਮ ਇਹ ਹੋ ਗਿਆ ਕਿ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਨੂੰ ਇਹਨਾਂ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਜਾਏ। ਔਰ ਜਦੋਂ ਇਹ ਸ਼ਹਾਦਤ ਹੁੰਦੀ ਦੇਖਣਗੇ ਤੇ ਇਹ ਡਰ ਜਾਣਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਤੁਸੀਂ ਜੋ ਕਰਨਾ ਹੈ ਕਰੋ, ਅਸੀਂ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਵਿੱਚ ਬੈਠੇ ਹਾਂ। ਜੀ ਭਾਈ ਮਤੀ ਦਾਸ ਜੀ ਨੂੰ ਬੰਨ ਕੇ ਲੱਕੜਾਂ ਦੇ ਵਿੱਚ ਆਰੇ ਨਾਲ ਚੀਰ ਦਿੱਤਾ ਗਿਆ ਔਰ ਉਹ ਗੁਰੂ ਦਾ ਪਿਆਰਾ, ਉਹ ਗੁਰੂ ਦਾ ਸਿੱਖ, ਉਸਨੇ ਕਿਹਾ ਕਿ ਮੇਰਾ ਮੁਖ ਜਿਹੜਾ ਹੈ ਉਹ ਮੇਰੇ ਗੁਰੂ ਵੱਲ ਜ਼ਰੂਰ ਕਰ ਦਿਓ। ਔਰ ਸ਼ਹੀਦੀ ਤੋਂ ਪਹਿਲਾਂ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ। ਜਦੋਂ 2 ਫਾੜ ਸਰੀਰ ਹੋ ਕੇ ਡਿੱਗਿਆ ਤੇ ਉਹਨਾਂ ਦੇ ਸਰੀਰ ਚੋਂ ਆਵਾਜ਼ ਆ ਰਹੀ ਸੀ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਿਸੇ ਨੂੰ ਚੀਰ ਦੇਣਾ, ਸਰੀਰ ਦੇ 2 ਟੁਕੜੇ ਕਰ ਦੇਣਾ ਬਹੁਤ ਵੱਡਾ ਜ਼ੁਲਮ ਤੇ ਬਹੁਤ ਵੱਡਾ ਅਨਿਆਂ ਸੀ, ਪਰ ਗੁਰੂ ਜੀ ਨੇ ਇਸ ਨੂੰ ਵੀ ਸਹਾਰਿਆ ਔਰ ਉਹ ਸਿੱਖ ਨੇ ਵੀ ਸਹਾਰਿਆ। ਇਸ ਤੋਂ ਉਪਰੰਤ ਭਾਈ ਮਤੀ ਦਾਸ ਜੀ ਨੂੰ
ਰੂੰ ਦੇ ਭਾਈ ਮਤੀ ਦਾਸ ਜੀ ਨੂੰ ਉਬਲਦੇ ਦੇਗ ਦੇ ਵਿੱਚ ਉਬਾਲਿਆ ਗਿਆ। ਭਾਈ ਸਤੀ ਦਾਸ ਜੀ ਨੂੰ ਰੂੰ ਦੇ ਵਿੱਚ ਬੰਨ੍ਹ ਕੇ ਸ਼ਹੀਦ ਕੀਤਾ ਗਿਆ। ਔਰ ਉਸ ਤੋਂ ਅਗਲੇ ਦਿਨ ਗੁਰੂ ਤੇਗ ਬਹਾਦਰ ਸਿੰਘ ਸਾਹਿਬ ਜੀ ਦੀ ਸ਼ਹਾਦਤ ਜੋ ਸੀ ਉਹ ਹੋਣੀ ਸੀ। ਸ਼ਹਾਦਤ ਤੋਂ ਪਹਿਲਾਂ ਦਿੱਲੀ ਦੇ ਵਿੱਚ ਇੱਕ ਢੰਡੋਰਾ ਪਿਟਵਾ ਦਿੱਤਾ ਗਿਆ ਕਿ ਔਰੰਗਜ਼ੇਬ ਬਾਦਸ਼ਾਹ ਦੇ ਖਿਲਾਫ ਜਾਂ ਮੁਗਲ ਸਲਤਨਤ ਦੇ ਖਿਲਾਫ ਜਿਹੜਾ ਵੀ ਬੋਲੇਗਾ ਉਸ ਦਾ ਹਸ਼ਰ ਇਸ ਤਰ੍ਹਾਂ ਹੋਏਗਾ ਜਿਸ ਤਰ੍ਹਾਂ ਮਤੀ ਦਾਸ, ਸਤੀ ਦਾਸ ਤੇ ਭਾਈ ਦਿਆਲਾ ਜੀ ਦਾ ਹੋਇਆ ਹੈ। ਔਰ ਜਿਸ ਨੇ ਇਸ ਸ਼ਹਾਦਤ ਨੂੰ ਦੇਖਣਾ ਹੈ ਤੇ ਸਵੇਰੇ ਚਾਂਦਨੀ ਚੌਂਕ ਦੇ ਵਿੱਚ ਆ ਕੇ ਦੇਖ ਲਵੇ। ਔਰ ਕਿਸੇ ਨਾਲ ਜਿਹੜਾ ਬਾਦਸ਼ਾਹ ਦੇ ਹੁਕਮ ਦੇ ਅਗੇਂਸਟ ਰਹੇਗਾ ਉਸ ਦੇ ਨਾਲ ਕੀ ਹਸ਼ਰ ਹੁੰਦਾ ਹੈ ਉਹ ਵੇਖ ਲਵੇ ਜੀ। ਸ਼ਹਾਦਤ ਦਾ ਦਿਨ ਆ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤ ਵੇਲੇ ਉੱਠਦੇ ਹਨ। ਨੌਵੇਂ ਪਾਤਸ਼ਾਹ ਜਿਨ੍ਹਾਂ ਦੇ ਬਾਰੇ ਇਹ ਕਿਹਾ ਗਿਆ ਹੈ ਕਿ ਧਰਮ ਹੇਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰੜ ਨਾ ਦਿਆ। ਗੁਰੂ ਤੇਗ ਬਹਾਦਰ ਸਾਹਿਬ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਉਸ ਵਕਤ ਦੇ ਕਾਜੀ ਔਰ ਉਸ ਵਕਤ ਦਾ ਜਿਹੜਾ ਜਲਾਦ ਸੀ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅਖੀਰਲੇ ਵਕਤ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਇਹ ਕਿਹਾ ਕਿ ਮੈਂ ਕਾਜੀ ਹਾਂ, ਮੇਰੇ ਦਾਦਾ ਪੜਦਾਦਾ ਕਾਜੀ ਹਨ, ਤੁਸੀਂ ਸਾਡੀ ਗੱਲ ਮੰਨ ਜਾਓ ਤੇ ਬਦਲ ਜਾਓ। ਉਸ ਵਕਤ ਦੇ ਜਲਾਦ ਨੇ ਕਿਹਾ ਜੀ ਮੈਂ ਤੇ ਮੇਰਾ ਦਾਦਾ ਪੜਦਾਦਾ ਅਸੀਂ ਸਦੀਆਂ ਤੋਂ ਇਹ ਕੰਮ ਕਰਦੇ ਆ ਰਹੇ ਹਾਂ, ਅਸੀਂ ਜਲਾਦ ਹਾਂ, ਤੁਹਾਨੂੰ ਸਾਡੇ ਤੋਂ ਡਰ ਨਹੀਂ ਲੱਗਦਾ, ਤੁਸੀਂ ਬਦਲ ਜਾਓ, ਆਪਣਾ ਧਰਮ ਬਦਲ ਲਓ, ਆਪਣਾ ਜਿਹੜਾ ਸਟਰੋਂਗ ਡਿਟਰਮੀਨੇਸ਼ਨ ਹੈ ਉਸ ਨੂੰ ਛੱਡ ਦਿਓ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਜੇ ਤੁਸੀਂ ਦਾਦੇ ਪੜਦਾਦੇ ਤੁਹਾਡੇ ਕਾਜੀ ਹਨ, ਦਾਦੇ ਪੜਦਾਦੇ ਤੁਹਾਡੇ ਜਲਾਦ ਹਨ ਤੇ ਮੇਰਾ ਵੀ ਦਾਦਾ ਪੜਦਾਦਾ ਜੋ ਹੈ ਸ਼ਹਾਦਤਾਂ ਦੇਣ ਵਾਲਾ ਹੈ। ਮੈਂ ਵੀ ਉਸੇ ਦਾਦੇ ਪੜਦਾਦੇ ਦੇ ਵਿੱਚੋਂ ਹਾਂ ਜਿਸ ਨੇ ਸ਼ੁਰੂਆਤ ਹੀ ਸ਼ਹਾਦਤਾਂ ਤੋਂ ਕੀਤੀ। ਗੁਰੂ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਦਾ ਨਾਮ ਲੈ ਕੇ ਦੱਸਿਆ ਕਿ ਮੈਂ ਵੀ ਉਹਨਾਂ ਦਾ ਪੋਤਾ ਹਾਂ, ਮੈਂ ਵੀ ਆਪਣੇ ਜੋ ਕਦਮ ਪੁੱਟੇ ਹਨ ਉਹਨਾਂ ਤੋਂ ਪਿੱਛੇ ਨਹੀਂ ਹੋਵਾਂਗਾ। ਅਖੀਰ ਸ਼ੇਖ ਜਲਾਲੂਦੀਨ ਜੋ ਸੀ ਜਲਾਦ ਜਿਹੜਾ ਸੀ ਉਸਨੇ ਤਲਵਾਰ ਦਾ ਵਾਰ ਕੀਤਾ ਤੇ ਗੁਰੂ ਸਾਹਿਬਾਂ ਦਾ ਸੀਸ ਜਿਹੜਾ ਸੀ ਉਹ ਧੜ ਤੋਂ ਅਲੱਗ ਕਰ ਦਿੱਤਾ। ਉਸ ਵਕਤ ਜਿਹੜੀ ਲੁਕਾਈ ਉੱਥੇ ਲੋਕ ਇਕੱਠੇ ਹੋਏ ਸਨ ਉਹਨਾਂ ਦੇ ਮਨਾਂ ਤੇ ਬਹੁਤ ਅਸਰ ਹੋਇਆ ਕਿਉਂਕਿ ਇੱਕ ਸੰਤ, ਇੱਕ ਮਹਾਪੁਰਸ਼ ਦਾ ਕਤਲ ਕਰ ਦੇਣਾ ਇਹ ਬਹੁਤ ਵੱਡਾ ਕੌਮ ਨੂੰ, ਸਮਾਜ ਨੂੰ, ਦੁਨੀਆ ਨੂੰ ਨੁਕਸਾਨ ਸੀ। ਉਸ ਵਕਤ ਸਾਰੀ ਲੁਕਾਈ ਔਰੰਗਜ਼ੇਬ ਦੇ ਖਿਲਾਫ ਹੋ ਗਈ ਔਰ ਉਸ ਵਕਤ ਕੁਦਰਤੀ ਇਹ ਹੋਇਆ ਕਿ ਐਸਾ ਤੂਫਾਨ ਚੱਲਿਆ। ਉਸ ਵਕਤ ਭਾਈ ਜੈਤਾ ਜੀ ਨੇ ਗੁਰੂ ਜੀ ਦਾ ਸ਼ੀਸ਼ ਉਠਾਇਆ, ਉਹ ਲੈ ਕੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਰਾਏ ਜੀ ਦੇ ਕੋਲ ਪਹੁੰਚਦੇ ਹਨ ਔਰ ਉਸੇ ਹੀ ਤੂਫਾਨ ਤੇ ਹਨੇਰੀ ਦਾ ਫਾਇਦਾ ਉਠਾ ਕੇ ਭਾਈ ਉਦੇ ਜੀ ਔਰ ਲੱਖੀ ਸ਼ਾਹ ਵਣਜਾਰਾ ਜੀ ਨੇ ਗੁਰੂ ਸਾਹਿਬਾਂ ਦਾ ਸ਼ੀਸ਼ ਉਠਾ ਕੇ ਧੜ ਜਿਹੜਾ ਸੀ ਉਹ ਉਠਾ ਕੇ ਗੱਡੇ 'ਚ ਲੱਦ ਕੇ ਆਪਣੇ ਘਰ ਲੈ ਗਏ ਔਰ ਉੱਥੇ ਜਾ ਕੇ ਅੱਗ ਲਾ ਕੇ ਸੰਸਕਾਰ ਕਰ ਦਿੱਤਾ ਤਾਂ ਜੋ ਗੁਰੂ ਜੀ ਦੇ ਸਰੀਰ ਦਾ ਕੋਈ ਵੀ ਨਿਰਾਦਰ ਨਾ ਕਰ ਪਾਏ। ਸੋ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹੀਦੀ ਦੇ ਕੇ ਪੂਰੇ ਹਿੰਦੂਆਂ ਦੇ ਧਰਮ ਨੂੰ, ਹਿੰਦੁਸਤਾਨ ਨੂੰ ਬਚਾਇਆ ਔਰ ਇਸ ਤਰ੍ਹਾਂ ਗੁਰੂ ਸਾਹਿਬਾਂ ਦੀ ਸ਼ਹਾਦਤ ਹੁੰਦੀ ਹੈ ਔਰ ਅਸੀਂ ਇਸ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟ-ਕੋਟ ਨਮਨ ਕਰਦੇ ਹਾਂ, ਕੋਟ-ਕੋਟ ਵਾਰੀ ਪ੍ਰਣਾਮ ਕਰਦੇ ਹਾਂ ਜੀ। ਇਹ ਦੋਸਤੋ ਤੁਸੀਂ ਸੁਣ ਰਹੇ ਸੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਬਰਤਾਂਤ ਸਰਦਾਰ ਹਰਪ੍ਰੀਤ ਸਿੰਘ ਜੀ, ਟੀਚਰ ਗੁਰੂ ਨਾਨਕ ਦੇਵ ਸੈਕੰਡਰੀ ਸਕੂਲ ਮਸੂਰੀ ਤੋਂ। ਔਰ ਇਸ ਨੂੰ ਬੰਦ ਕਰਨ ਤੋਂ ਪਹਿਲਾਂ ਪ੍ਰੋਗਰਾਮ ਨੂੰ ਮੈਂ ਥੋੜੀ ਜੀ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਹਾਂ। ਹਿੰਦੂ ਧਰਮ ਦੇ ਬਹੁਤ ਵੱਡੇ ਇੱਕ ਫਿਲਾਸਫਰ ਹੋਏ ਨੇ, ਰਾਜਨੇਤਾ ਵੀ ਸਨ, ਜਿਨ੍ਹਾਂ ਦਾ ਨਾਮ ਸੀ ਪੰਡਤ ਮਦਨ ਮੋਹਨ ਮਾਲਵੀ ਜੀ, ਜਿਨ੍ਹਾਂ ਨੇ ਹਿੰਦੂ ਯੂਨੀਵਰਸਿਟੀ ਬਨਾਰਸ ਦਾ ਜਿਹੜਾ ਉਹ ਸਟਾਰਟਿੰਗ ਕੀਤੀ ਸੀ ਔਰ ਉਹਦਾ ਜਿਹੜਾ ਸੀਗਾ ਸ਼ੁਰੂਆਤ ਸੰਤ ਅਤਰ ਸਿੰਘ ਜੀ ਤੋਂ ਨੀਂਹ ਪੱਥਰ ਰਖਵਾਇਆ ਸੀ ਮਸਤੂਆਣੇ ਵਾਲਿਆਂ ਤੋਂ। ਉਹਨਾਂ ਬਹੁਤ ਸੋਹਣੇ ਕੁਝ ਵਰਡ ਕੋਟ ਕੀਤੇ ਹੈ। ਉਹ ਵਰਡ ਮੈਂ ਕਹਿਣਾ ਚਾਹਾਂਗਾ। ਉਹ ਕਹਿੰਦੇ ਆ ਮੇਰੇ ਦੇਸ਼ ਦੇ ਹਿੰਦੂ ਵੀਰੋ, ਜਦੋਂ ਵੀ ਤੁਸੀਂ ਕਿਸੇ ਮੰਦਿਰ ਦੀਆਂ ਸੀੜੀਆਂ ਚੜ ਰਹੇ ਹੁੰਦੇ ਹੋ ਤੇ ਉਦੋਂ ਕਹਿ ਦਿਆ ਕਰੋ ਧੰਨ ਗੁਰੂ ਤੇਗ ਬਹਾਦਰ ਸਾਹਿਬ। ਜੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪੋਤਿਆਂ ਨੂੰ ਨੀਹਾਂ 'ਚ ਨਾ ਚਨਵਾਉਂਦੇ ਤੇ ਅੱਜ ਮੰਦਰਾਂ ਦੀਆਂ ਇਹ ਨੀਹਾਂ ਵੀ ਨਹੀਂ ਹੋਣੀਆਂ ਸੀ। ਜਦੋਂ ਤੁਸੀਂ ਆਪਣੇ ਗਲੇ ਦੇ ਵਿੱਚ ਜਨੇਊ ਪਹਿਨਾਉਂਦੇ ਹੋ ਤਾਂ ਉਦੋਂ ਵੀ ਤੁਸੀਂ ਕਹਿ ਦਿਆ ਕਰੋ ਧੰਨ ਗੁਰੂ ਤੇਗ ਬਹਾਦਰ ਸਾਹਿਬ, ਕਿਉਂਕਿ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਨਾ ਦਿੰਦੇ ਤੇ ਇਹ ਜਨੇਊ ਵੀ ਖਤਮ ਹੋ ਜਾਣਾ ਸੀ। ਤੇ ਜਦੋਂ ਤੁਸੀਂ ਮੱਥੇ ਤੇ ਤਿਲਕ ਲਗਾਓ ਉਦੋਂ ਵੀ ਕਹਿ ਦਿਆ ਕਰੋ ਗੁਰੂ ਤੇਗ ਬਹਾਦਰ ਸਾਹਿਬ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੀ ਸੀ ਜਿਸ ਨੇ ਇਹ ਸਾਡੇ ਅੱਜ ਤਿਲਕ ਵੀ ਸਰਕਾਰ ਬਰਕਰਾਰ ਰੱਖੇ ਨੇ। ਤੇ ਦੋਸਤੋ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲ ਦਾਸ ਜੀ ਦੇ ਸ਼ਹੀਦੀ ਪੁਰਬ ਤੇ
ਰੇਡੀਓ ਖੁਸ਼ੀ 90.4 FM ਦੀ ਸਮੁੱਚੀ ਟੀਮ, ਗੁਰੂ ਨਾਨਕ 5th ਸੈਂਟਨਰੀ ਸਕੂਲ ਮਸੂਰੀ ਔਰ ਸਾਰੇ ਅਸੀਂ ਆਪ ਸਾਰੀਆਂ ਸੰਗਤਾਂ ਨੂੰ ਜਿਹੜਾ ਵਾ ਇੱਕ ਹੀ ਗੱਲ ਕਹਿਣੀ ਚਾਹਾਂਗੇ ਕਿ ਇਹ ਸ਼ਹੀਦਾਂ ਦੀ ਜਿਹੜੀ ਪ੍ਰੇਰਨਾ ਹੈ ਉਹ ਹੀ ਸਾਨੂੰ ਨਵਾਂ ਜੀਵਨ ਦੇਵੇਗੀ। ਜੀ। ਸ਼ਹੀਦਾਂ ਦੇ ਇਤਿਹਾਸ ਤੋਂ ਜਾਣੂ ਹੋਣਾ ਔਰ ਉਸ ਨੂੰ ਜੀਵਨ ਦੇ ਵਿੱਚ ਅਪਣਾਉਣਾ ਬਹੁਤ ਜ਼ਰੂਰੀ ਹੈ। ਵੀਰ ਜੀ, ਆਪ ਜੀ ਇਸ ਪ੍ਰੋਗਰਾਮ ਵਿੱਚ ਆਏ, ਜੀ ਸਾਰੇ ਹੀ ਲਿਸਨਰਸ ਨੂੰ ਅੱਜ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਜਾਣੂ ਕਰਾਇਆ, ਹਾਂਜੀ। ਇਸ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।